ਵੀਰ ਜੀ ਕਿੰਨੇ ਕੁ ਐਸੇ ਮੁਸਲਮਾਨ ਸ਼ਾਇਰ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਬਾਰੇ ਕੁਝ ਲਿਖਿਆ? एक निशान हक था गोया आपका शेरी कलाम, आप खुद मुर्शिद थे, मुर्शिद आपका कोई न था, आपका रहबर सिर्फ ज़ाते खुदा के बगैर कोई न था। आपसे जोड़ी है सबसे तोड़कर, आप नानक शाह गुरु महाराज हैं, बल्कि शाहों के सरों के ताज हैं। क्या बात है, क्या बात है। ਸਾਡੇ ਬੱਚਿਆਂ ਨੂੰ ਉਰਦੂ ਲਿਖਣਾ ਭੁੱਲ ਗਿਆ, ਉਰਦੂ ਬੋਲਣਾ ਭੁੱਲ ਗਿਆ, ਉਰਦੂ ਜ਼ੁਬਾਨ ਜਿਹੜੀ ਸੀ ਬਿਲਕੁਲ ਵਿਸਰ ਗਈ ਤੇ ਸਾਡਾ ਬੜਾ ਐਸਾ ਖਜ਼ਾਨਾ ਸੀ ਜਿਹੜਾ ਉਰਦੂ ਦੇ ਵਿੱਚ ਰਹਿ ਗਿਆ, ਉਹ ਇਸ ਕਰਕੇ ਸਾਡੇ ਕੋਲ ਲੁਕਿਆ ਰਹਿ ਗਿਆ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਪਿਛਲੇ ਹਫ਼ਤੇ ਤੁਹਾਡੇ ਨਾਲ ਇੱਕ ਵਾਅਦਾ ਕਰਕੇ ਗਿਆ ਸਾਂ ਕਿ ਅਗਲੀ ਵਾਰ ਮੇਰੇ ਨਾਲ ਹੋਣਗੇ ਡਾਕਟਰ ਸੈयद ਹਸਨ ਅਬਾਸ। ਤੇ ਇਹਨਾਂ ਦੇ ਬਾਰੇ ਮੈਂ ਥੋੜੀ ਜਿਹੀ ਜਾਣਕਾਰੀ ਦੇ ਦਿਆਂ, ਕਿਉਂਕਿ ਪਿਛਲੇ ਐਪੀਸੋਡ ਦੇ ਵਿੱਚ ਜਦੋਂ ਤੁਸੀਂ ਇਹਨਾਂ ਨੂੰ ਸੁਣਿਆ ਸੀ ਤੇ ਕਿਤੇ ਨਾ ਕਿਤੇ ਇਹਨਾਂ ਨੇ ਸ਼ੇਰੋ ਸ਼ਾਇਰੀ ਦੀ ਬਹੁਤ ਲੰਬੀ ਲਾਈਨ ਪੇਸ਼ ਕੀਤੀ ਸੀ। ਨਾ ਮੇਰਾ ਦਿਲ ਕਰਦਾ ਸੀ ਰੋਕਾਂ, ਨਾ ਇਹਨਾਂ ਦਾ ਮਨ ਕਰਦਾ ਸੀ ਰੁਕਾਂ, ਤੇ ਕਿਤੇ ਨਾ ਕਿਤੇ ਤੁਹਾਡੇ ਧਿਆਨ ਵੀ ਬਹੁਤ ਜ਼ਿਆਦਾ ਖਿੱਚੇ ਗਏ ਸਨ। ਆਓ ਅੱਜ ਫਿਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਹ ਜਾਣਦੇ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਤੇ ਉਰਦੂ ਸ਼ਾਇਰੀ ਵਿੱਚ ਹੁਣ ਤੱਕ ਕਿੰਨੀਆਂ ਕੁ ਕਿਤਾਬਾਂ ਲਿਖੀਆਂ ਗਈਆਂ ਨੇ। ਆਓ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। बहुत शुक्रिया भाई अकाल वैब टीवी की पूरी टीम का। ਇੱਕ ਸਾਨੂੰ ਜਾਣਕਾਰੀ ਦਿਓ ਕਿ ਗੁਰੂ ਨਾਨਕ ਸਾਹਿਬ ਜੀ ਬਾਰੇ ਤੁਸੀਂ ਪਿਛਲੀ ਵਾਰੀ ਕਾਫੀ ਸ਼ੇਅਰ ਪੜ੍ਹੇ ਆ ਔਰ ਤੁਹਾਨੂੰ ਬੜਾ ਚੰਗਾ ਲੱਗਾ ਜਦੋਂ ਤੁਸੀਂ ਪੜ੍ਹ ਕੇ ਸੁਣਾ ਰਹੇ ਸੀ। ਤੁਹਾਡਾ ਚਿਹਰਾ ਜਿਹੜਾ ਉਹ ਸਾਨੂੰ ਬੜਾ ਕੁਝ ਪੇਸ਼ ਕਰ ਰਿਹਾ ਸੀ। ਮੈਂ ਵੀ ਸੁਣ ਰਿਹਾ ਸਾਂ, ਦਰਸ਼ਕ ਵੀ ਸੁਣ ਰਹੇ ਸਨ। ਮੈਂ ਵਿੱਚ ਟੋਕਿਆ ਨਹੀਂ, ਕਿਉਂਕਿ ਮੈਂ ਅਕਸਰ ਕਿਸੇ ਗੈਸਟ ਦੇ ਨਾਲ ਗੱਲਬਾਤ ਕਰਦਾ ਵਾਂ ਤੇ ਸਾਡੇ ਦਰਸ਼ਕ ਸਾਡੇ ਤੇ ਇਹ ਆਮ ਉਂਗਲ ਚੁੱਕ ਦਿੰਦੇ ਨੇ ਕਿ ਉਹ ਸਵਾਲ ਕੰਪਲੀਟ ਨਹੀਂ ਸੀ ਹੋਇਆ ਤੇ ਹਰਪ੍ਰੀਤ ਸਿੰਘ ਮਖੂ ਨੇ ਵਿੱਚ ਟੋਕ ਦਿੱਤਾ। ਤੁਹਾਡਾ ਸੁਝਾਅ ਦੇਣਾ ਮੈਨੂੰ ਜਾਇਜ਼ ਹੈ ਔਰ ਮੈਂ ਤੁਹਾਡੇ ਸੁਝਾਵਾਂ ਦੀ ਕਦਰ ਕਰਾਂਗਾ, ਕਿਉਂਕਿ ਮੇਰਾ ਸਫ਼ਰ ਅਜੇ ਬਹੁਤ ਲੰਮਾ ਹੈ। ਮੈਂ ਮੰਜ਼ਿਲ ਨੂੰ ਪਹੁੰਚਣਾ ਤੇ ਮੰਜ਼ਿਲ ਤੱਕ ਪਹੁੰਚਣ ਦੇ ਲਈ ਮੈਨੂੰ ਤੁਹਾਡੇ ਸਿਆਣਿਆਂ ਦੇ ਸੁਝਾਅ ਬੜੇ ਚਾਹੀਦੇ ਨੇ। ਨਾਲੇ ਮੈਨੂੰ ਮੇਰੇ ਉਸਤਾਦ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਬੇਟਾ ਮੂਰਖਾਂ ਦੀ ਤਾਰੀਫ ਦੇ ਨਾਲੋਂ ਬੁੱਧੀਮਾਨਾਂ ਦੀ ਡਾਂਟ ਜ਼ਿਆਦਾ ਵਧੀਆ ਹੁੰਦੀ ਹੈ। ਤੇ ਮੈਂ ਮੂਰਖਾਂ ਦੀ ਤਾਰੀਫ ਨਾਲੋਂ ਬੁੱਧੀਮਾਨਾਂ ਦੀ ਡਾਂਟ ਨੂੰ ਸਵੀਕਾਰ ਕਰਦਾ ਵਾਂ। ਪਰ ਮੈਂ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਬਿਲਕੁਲ ਸ਼ਾਂਤਮਈ ਸੁਣਿਆ ਤੇ ਡਾਕਟਰ ਅਬਾਸ ਸਾਨੂੰ ਸੁਣਾ ਰਹੇ ਸਨ। ਆਓ ਅੱਜ ਫਿਰ ਇਹਨਾਂ ਦੇ ਕੋਲ ਜਾਣਦੇ ਹਾਂ ਕਿ ਜੋ ਇਹ ਪੜ੍ਹ ਕੇ ਸੁਣਾ ਰਹੇ ਨੇ, ਹੁਣ ਤੱਕ ਕਿੰਨੇ ਕੁ ਮੁਸਲਮਾਨ ਸ਼ਾਇਰ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਬਾਰੇ ਬਹੁਤ ਕੁਝ ਲਿਖਿਆ। ਆਓ ਆਪਾਂ ਜਾਣਦੇ ਹਾਂ। ਵੀਰ ਜੀ, ਕਿੰਨੇ ਕੁ ਐਸੇ ਮੁਸਲਮਾਨ ਸ਼ਾਇਰ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਬਾਰੇ ਕੁਝ ਲਿਖਿਆ? ਇਸ ਦੇ ਉੱਪਰ ਗੁਰੂ ਨਾਨਕ ਸਾਹਿਬ ਦੇ ਉੱਪਰ ਉਰਦੂ ਸ਼ਾਇਰਾਂ ਦੀ ਇੱਕ ਤਵੀਲ ਫਹਿਰਿਸਤ ਹੈ, ਜਿਸ ਦੇ ਵਿੱਚ ਆਪਾਂ ਸੋਚਦੇ ਕਿ ਸੈਂਕੜੋਂ ਸ਼ਾਇਰ ਹਨ, ਲੇਕਿਨ ਕੁਝ ਉਹਨਾਂ ਵਿੱਚ ਵੀ ਖਾਸ ਸ਼ਾਇਰ ਹੋ ਗਏ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਪੂਰੀ ਮੁਕੰਮਲ ਜੀਵਨੀ ਤੇ ਬਾਣੀ ਤੇ ਕਿਤਾਬਾਂ ਲਿਖ ਦਿੱਤੀਆਂ ਸ਼ਾਇਰੀ ਵਿੱਚ। ਉਸ ਦੇ ਵਿੱਚ ਇੱਕ ਸਭ ਤੋਂ ਪਹਿਲੇ ਨਾਮ ਆਉਂਦਾ ਹੈ ਹਾਜੀ ਸੈयद ਮੁਹੰਮਦ ਖਾਨ ਸਾਹਿਬ, ਰਾਹੁਲ ਪਿੰਡੀ ਦੇ ਰਹਿਣੇ ਵਾਲੇ ਨੇ ਜੀ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਉੱਪਰ ਇੱਕ 1924 ਵਿੱਚ ਕਿਤਾਬ ਲਿਖੀ ਹੈ, ਗੁਰੂ ਨਾਨਕ ਦਰਸ਼ਨ। ਉਹ ਕਿਤਾਬ 1924 ਵਿੱਚ, ਉਹ ਕਿਤਾਬ 252 ਪੇਜ ਤੇ ਹੈ। 252 ਪੇਜ ਨੇ ਉਸ ਕਿਤਾਬ ਦੇ ਔਰ ਪੂਰੀ ਗੁਰੂ ਨਾਨਕ ਸਾਹਿਬ ਦੀ ਜੀਵਨੀ ਅਤੇ ਬਾਣੀ ਨੂੰ ਪੇਸ਼ ਕੀਤਾ ਗਿਆ ਹੈ ਸ਼ਾਇਰੀ ਦੇ ਵਿੱਚ। ਉਸ ਤੋਂ ਬਾਅਦ ਇੱਕ ਸ਼ਾਇਰ ਗੁਜ਼ਰਦੇ ਹਨ, ਕਾਜ਼ੀ ਮੁੰਤਜ਼ਰ। ਉਹਨਾਂ ਨੇ ਬਾਬਾ ਨਾਨਕ ਦੀ ਮੁਕੰਮਲ ਜੀਵਨੀ ਤੇ ਇੱਕ ਕਿਤਾਬ ਲਿਖੀ, ਬਾਬਾ ਨਾਨਕ। ਇਹ ਕਿਤਾਬ 1930 ਵਿੱਚ ਲਾਹੌਰ ਤੋਂ ਪਬਲਿਸ਼ ਹੋਈ। ਕੀ ਬਾਤ ਹੈ। ਔਰ ਸਭ ਤੋਂ ਜ਼ਿਆਦਾ ਤਫਸੀਲ ਵਾਲੀ ਇਹੀ ਕਿਤਾਬ ਹੈ, ਜਿਸ ਦੇ 650 ਪੇਜ ਹਨ, 649 ਪੇਜ। ਉਸ ਤੋਂ ਬਾਅਦ ਸੈयद ਨਜ਼ੀਰ ਤਰਿਮਜ਼ੀ ਇੱਕ ਲਾਹੌਰ ਦੇ ਸ਼ਾਇਰ ਗੁਜ਼ਰੇ ਹਨ। ਉਹਨਾਂ ਨੇ ਕਿਤਾਬ ਲਿਖੀ ਹੈ ਖਲੂਸ ਕੈਸ਼, 1942 ਈਸਵੀ ਵਿੱਚ ਪਹਿਲੀ ਵਾਰ ਮੰਜ਼ਰ ਆਮ ਤੇ ਆਈ। ਔਰ ਇਸ ਕਿਤਾਬ ਦਾ ਜਿਹੜਾ ਮੁਕੱਦਮਾ ਹੈ ਉਹ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਲਿਖਿਆ ਹੈ। ਔਰ ਡਾਕਟਰ ਮੋਹਨ ਸਿੰਘ ਦੀਵਾਨਾ ਦੀ ਇਹ ਤਾਰੀਫ ਹੈ ਕਿ ਸਿੱਖ ਕੌਮ ਨੂੰ ਇਹ ਫਖਰ ਹੋਣਾ ਚਾਹੀਦਾ ਕਿ ਉਰਦੂ ਦੇ ਵਿੱਚ ਜਿਹੜੀ ਪਹਿਲੀ PhD ਹੋਈ ਉਰਦੂ ਜ਼ਬਾਨ ਵਿੱਚ, ਉਹ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਕੀਤੀ ਔਰ ਉਹ ਸਿੱਖ ਸੀ। ਔਰ 1923 ਈਸਵੀ ਵਿੱਚ ਕਲਕੱਤਾ ਯੂਨੀਵਰਸਿਟੀ ਤੋਂ ਉਸਨੇ PhD ਕੀਤੀ। ਕੀ ਬਾਤ ਹੈ। ਪਰ ਇੰਜ ਕਹਿ ਲਈਏ ਵੀ ਮੁਸਲਮਾਨਾਂ ਵਿੱਚੋਂ ਪਹਿਲੀ ਤੁਸੀਂ ਕੀਤੀ ਹੈ? ਬਾਬਾ ਨਾਨਕ ਤੇ ਜਿਹੜੀ ਹੈ ਉਹ ਮੈਂ ਕੀਤੀ ਹੈ। ਅੱਛਾ, ਬਾਬਾ ਨਾਨਕ ਤੇ ਤੁਸੀਂ ਉਰਦੂ ਤੇ ਜਿਹੜੀ ਪਹਿਲੀ PhD ਹੈ ਉਹ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਕੀਤੀ। ਕੀ ਬਾਤ ਹੈ, ਕੀ ਬਾਤ ਹੈ। ਔਰ ਇਸ ਦਾ ਹਵਾਲਾ ਹੈ ਕਿ ਕੌਮ ਬੜੇ ਨਾਮ ਭੁੱਲ ਚੁੱਕੀ ਹੈ। ਹਾਂ ਬਿਲਕੁਲ, ਬੜੇ ਨਾਮ ਕੌਮ ਨੇ ਭੁਲਾ ਦਿੱਤੇ ਨੇ। ਔਰ ਉਸ ਤੋਂ ਬਾਅਦ ਇੱਕ ਕਿਤਾਬ ਆਈ ਹੈ
ਮਹਿਦੀ ਨਜ਼ਮੀ ਦੀ 1969 ਈਸਵੀ ਵਿੱਚ ਨਜ਼ਰੇ ਨਾਨਕ, ਜਿਸ ਨੇ ਬਾਬਾ ਨਾਨਕ ਦੀ ਮੁਕੰਮਲ ਹਾਲਾਤ ਜ਼ਿੰਦਗੀ ਨੂੰ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਇੱਕ ਹਿੰਦੂ ਸ਼ਾਇਰ ਵੀ ਸਾਹਮਣੇ ਆ ਗਿਆ, ਸੋਮਨਾਥ ਮਹਿਤਾ। ਇਸ ਨੇ ਬਾਬਾ ਨਾਨਕ ਦੇ ਜਦੋਂ ਪੂਰੀ ਦੁਨੀਆ 500ਵਾਂ ਪ੍ਰਕਾਸ਼ ਪੁਰਬ ਮਨਾ ਰਹੀ ਸੀ 1969 ਵਿੱਚ, ਇਸ ਨੇ 500 ਸ਼ੇਰ ਲਿਖ ਕੇ ਬਾਬਾ ਨਾਨਕ ਨੂੰ ਖਰਾਜ ਅਕੀਦਤ ਪੇਸ਼ ਦਿੱਤਾ। ਕੀ ਬਾਤ ਹੈ। यानी 500 शेर लिखे इसने। 500वां प्रकाश पुरब मनाया जा रहा है, इसने 500 शेर लिख देते। हाँ जी। इस तो अलावा बाबा तेग बहादुर साहब दी बानी दी पूरी ट्रांसलेशन हक्के सिरा किताब 1930 विच पब्लिश हुई और पूरी बानी दी उर्दू पोइट्री ट्रांसलेशन हुई है इसकी। इस तो अलावा जफरनामे दी भी उर्दू ट्रांसलेशन हो चुकी है। ਆਪਾਂ ਕਾਜ਼ੀ ਮੁੰਤਜ਼ਰ ਦੀ ਗੱਲ ਕੀਤੀ ਤਾਂ ਆਪਾਂ ਉਸਦੇ ਇੱਕ ਨਜ਼ਮ ਸੁਣਾ ਦਿੰਦੇ ਹਾਂ। ਬਿਲਕੁਲ ਸੁਣਾਓ ਜੀ। ਗੁਰੂ ਨਾਨਕ ਸਾਹਿਬ ਸਾਡੇ ਦਰਸ਼ਕ ਬੜੇ ਉਤਾਵਲੇ ਵੀ ਨੇ ਸੁਣਨ ਦੇ ਲਈ, ਗੁਰੂ ਕਿਉਂਕਿ ਨਾਨਕ ਜਦੋਂ ਉਰਦੂ ਜ਼ੁਬਾਨ ਦੇ ਵਿੱਚ ਸੁਣਾਉਂਦਾ ਤੇ ਆਨੰਦ ਸਾਨੂੰ ਥੋੜਾ ਜ਼ਿਆਦਾ ਹੁੰਦਾ ਹੈ। काजी मुंतज़र लिख दिया, गुरु नानक साहब की तालीमात। नानक के आज़म की हर तालीम आलमगीर थी, पूरी दुनिया लई। उल्फत इंसान की जीती जागती तस्वीर थी, एक मज़हब के लिए हरगिज़ न थी महदूद वो, सबको दिखलाती थी राह मंजिल मकसूद वो। क्या बात है। रहनमा थे आप हर पीरो जवां के वास्ते, बाइस से रहमत ज़मीन व आसमां के वास्ते। तर्जमाने हक था सारा आपका शेरी कलाम बानी, एक निशाने हक था गोया आपका शेरी कलाम। आप खुद मुर्शिद थे, मुर्शिद आपका कोई न था, आपका रहबर सिर्फ ज़ाते खुदा के बगैर कोई न था। क्या बात है। हाँ जी। इस तो अलावा ਜਿਹੜੀ ਆਪਾਂ ਗੱਲ ਕੀਤੀ सैयद मोहम्मद ਦੀ, ਜਿਹੜੇ ਰਾਹੁਲ ਪਿੰਡੀ ਦੇ ਸ਼ਾਇਰ ਸੀ, ਉਹਨਾਂ ਨੇ ਬਹੁਤ ਬਾਬਾ ਨਾਨਕ ਦੀ ਤਾਰੀਫ ਕੀਤੀ ਹੈ। वो लिखते हैं कि आपको पकड़ा है सबको छोड़कर, आपसे जोड़ी है सबसे तोड़कर। आप नानक शाह गुरु महाराज हैं, बल्कि शाहों के सरों के ताज हैं। क्या बात है, क्या बात है। ਵੀ ਜਿਹੜੇ ਵਿਦਵਾਨਾਂ ਦੇ ਤੁਸੀਂ ਨਾਮ ਲਿਖੀ ਹੈ, ਬੋਲੇ ਹੈ ਵੀ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਕੁਝ ਲਿਖਿਆ, ਉਹ ਤੁਸੀਂ ਪੇਸ਼ ਵੀ ਕਰ ਰਹੇ ਹੋ। हाँ। और फिर एक क्या खूबसूरत कह रहे, कहते हैं आप दाता हैं हम ही मोहताज हैं, साइलों की आप रखते लाज हैं, आपके दर पर कमर जब आएगा है यकीन दिल की मुरादें पाएगा। क्या बात है। और इस तो बाद वो लिखता है कि बंद दरवाज़ों की कुंजी एक नानक नाम है, दर्दमंदों के लिए नानक शफा का नाम है। दिल मेरा अब फंस गया है जुल्फ़े नानक में कमर, दिल शिकस्तों के लिए नानक सलाए आम है। क्या बात है। और एक बहुत खूबसूरत जड़ी उन्होंने नज़म लिखी है, लिखे कि मेरी मुश्किल को हल करना ये पूरी आरजू करना। बाबा नानक के बारे कह रहे, मुझे मुश्किलों में सुरखरू नानक गुरु करना। गर्दाब दस्तगीरी नाम लेमों की सख्ती में तुम अपने पैरों पर कुछ करम नानक गुरु करना। और बहुत खूबसूरत शेर है कि इधर कश्ती बवर में है, उधर बादे महालफत है, मेरी इस हाल में इमदाद ए नानक गुरु करना। क्या बात है, क्या बात है। और परेशानी में मुझको आसरा है एक फ़कत तेरा, ये बेड़ा पार मेरा इस बमर से सतगुरु करना। क्या बात है। और कमर की है दुआ दिल से हमेशा सतगुरु तुझसे, मेरी जब मुश्किलें आसान ਐ ਮੇਰੇ ਨਾਨਕ ਗੁਰੂ ਕਰਨਾ। ਜੀ। ਇਹ ਜਿਹੜੇ ਮੁਸਲਿਮ ਸ਼ਾਇਰ ਨੇ, ਇਹਨਾਂ ਨੇ ਬਹੁਤ ਕੁਝ ਜਿਵੇਂ ਗੁਰੂ ਨਾਨਕ ਸਾਹਿਬ ਜੀ ਬਾਰੇ ਲਿਖਿਆ, ਔਰ ਜਿਵੇਂ ਤੁਸੀਂ ਦੱਸਿਆ ਕਿ 47 ਤੋਂ ਪਹਿਲਾਂ 1947 ਤੋਂ ਪਹਿਲਾਂ ਉਰਦੂ ਜ਼ੁਬਾਨ ਸਭਨਾਂ ਦੀ ਜ਼ੁਬਾਨ ਸੀ, ਇਹਨੂੰ ਧਰਮ ਜਾਂ ਮਜ਼ਹਬ ਦੇ ਨਾਲ ਜੋੜ ਕੇ ਨਹੀਂ ਸੀ ਦੇਖਿਆ ਜਾਂਦਾ ਹੁੰਦਾ ਜੀ। ਉਸ ਤੋਂ ਬਾਅਦ 47 ਤੋਂ ਬਾਅਦ ਐਸਾ ਇੱਕ ਦੌਰ ਗੁਜ਼ਰਦਾ ਹੈ ਕਿ ਜਦੋਂ ਇਹ ਜ਼ੁਬਾਨ ਮੁਸਲਮਾਨਾਂ ਨਾਲ ਜੋੜ ਦਿੱਤੀ ਜਾਂਦੀ ਹੈ, ਪੰਜਾਬੀ ਪੰਜਾਬੀਆਂ ਨਾਲ, ਹਿੰਦੀ ਹਿੰਦੂਆਂ ਦੇ ਨਾਲ, ਉਸ ਤੋਂ ਬਾਅਦ ਬੜਾ ਕੁਝ ਉਰਦੂ ਦਾ ਜਿਹੜਾ ਸੀ ਉਹ ਬੱਚੇ ਪੜ੍ਹਨੋਂ ਹਟ ਗਏ। ਹਾਂਜੀ। ਸਾਡੇ ਬੱਚਿਆਂ ਨੂੰ ਉਰਦੂ ਲਿਖਣਾ ਭੁੱਲ ਗਿਆ, ਉਰਦੂ ਬੋਲਣਾ ਭੁੱਲ ਗਿਆ, ਉਰਦੂ ਜ਼ੁਬਾਨ ਜਿਹੜੀ ਸੀ ਬਿਲਕੁਲ ਵਿਸਰ ਗਈ। ਤੇ ਸਾਡਾ ਬੜਾ ਐਸਾ ਖਜ਼ਾਨਾ ਸੀ ਜਿਹੜਾ ਉਰਦੂ ਦੇ ਵਿੱਚ ਰਹਿ ਗਿਆ, ਉਹ ਇਸ ਕਰਕੇ ਸਾਡੇ ਕੋਲ ਲੁਕਿਆ ਰਹਿ ਗਿਆ ਕਿ ਜ਼ੁਬਾਨ ਭੁੱਲ ਗਏ। ਆਪਾਂ ਇੱਕ ਥੋੜੀ ਗੱਲ ਸਖਤ ਹੈ, ਤਲ ਹੈ, ਮਗਰ ਕਰ ਦਿੰਦੇ ਆ ਕਿ ਜਿਹੜੀ ਸਿੱਖੀਜ਼ਮ ਹੈ, ਉਰਦੂ ਤੇ ਫਾਰਸੀ ਦੀ ਬੁਨਿਆਦਾਂ ਇਹਦੇ ਨਾਲ ਜੁੜੀਆਂ ਹੁੰਦੀਆਂ ਨੇ। ਜੈਸੇ ਆਪਾਂ ਦਸਤਾਰ ਬੰਨਦੇ ਹਾਂ, ਦਸਤਾਰ ਫਾਰਸੀ ਦਾ ਲਫ਼ਜ਼ ਹੈ। ਲੰਗਰ ਹੈ, ਜਿਵੇਂ ਆਪਾਂ ਲੰਗਰ ਚੱਖਦੇ ਹਾਂ, ਲੰਗਰ ਫਾਰਸੀ ਦਾ ਲਫ਼ਜ਼ ਹੈ।
ਦਰਬਾਰ ਜਿਵੇਂ ਹੋ ਗਿਆ, ਦਰਬਾਰ ਫਾਰਸੀ ਦਾ ਲਫ਼ਜ਼ ਹੈ। ਆਪਾਂ ਇਤਨਾ ਕੁਝ ਸਮਝਣ ਲਈ ਉਰਦੂ ਤੇ ਫਾਰਸੀ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਕਿਉਂਕਿ ਫਾਰਸੀ ਨਹੀਂ, ਤੇ ਉਹ ਇਹ ਜ਼ਬਾਨ ਇੱਕ ਹੈ ਮੈਂ ਛੋਟੀ ਜਿਹੀ ਦੱਸਣੀ ਚਾਹੁੰਦਾ। ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜਿਸ ਦੇ ਵਿੱਚ ਜ਼ਫਰਨਾਮਾ ਲਿਖ ਦਿੱਤਾ, ਜ਼ਫਰਨਾਮੇ ਦੇ ਵਿੱਚ ਬਿਲਕੁਲ ਹਾਂ, ਹੁੰਦੀ ਹੈ ਜੀ। ਪੂਰਾ ਜ਼ਫਰਨਾਮਾ ਜਿਹੜਾ ਹੈ 914 ਅਸ਼ਾਰ ਦਾ, ਉਹ ਫਾਰਸੀ ਵਿੱਚ ਹੈਗਾ। ਤੇ ਮੈਂ ਸੋਚਦਾ ਹਾਂ ਕਿ ਅੱਜ ਆਪਣੀ ਬਹੁਤ ਬੜੀ ਬਦਕਿਸਮਤੀ ਹੈ ਕਿ ਆਪਾਂ ਆਪਣੇ ਜਿਹੜੇ ਪੁਰਾਣੇ ਇਤਨੇ ਬੜੇ ਵਿਦਵਾਨ ਸਨ, ਆਪਾਂ ਉਹਨਾਂ ਨੂੰ ਜਾਣ ਵੀ ਨਹੀਂ ਸਕਦੇ। ਔਰ ਸਰ ਇੱਕ ਬਹੁਤ ਬੜੀ ਗੱਲ ਹੈ ਕਿ ਆਪਾਂ ਜਿਹੜੀ ਤੁਹਾਡੇ ਨਾਲ ਗੱਲ ਕੀਤੀ, ਗੁਰੂ ਨਾਨਕ ਦਰਸ਼ਨ ਇੱਕ ਕਿਤਾਬ 1924 ਵਿੱਚ ਹਾਜੀ ਸੈਯਦ ਮੁਹੰਮਦ ਸਾਹਿਬ ਨੇ ਲਿਖੀ। ਇਸ ਕਿਤਾਬ ਦਾ ਨਾਮ ਰੱਖਿਆ ਉਸਨੇ ਗੁਰੂ ਨਾਨਕ ਸਾਹਿਬ ਦਰਸ਼ਨ। ਜਿਵੇਂ ਆਪਾਂ ਇੰਗਲਿਸ਼ ਵਿੱਚ ਲਿਖਦੇ ਹਾਂ GURU, ਬਣ ਗਿਆ ਗੁਰੂ, ਇਵੇਂ ਉਰਦੂ ਹੀ ਲਿਖਦੇ ਹਾਂ ਗਾਫ ਲਿਪੀ, ਗਾਫ ਵਾਓ ਰੇ ਵਾਓ, ਯਾਨੀ ਜੀ ਦੀ ਕੀ ਡੈਫੀਨੇਸ਼ਨ ਹੈ, ਯੂ ਦੀ ਕੀ ਡੈਫੀਨੇਸ਼ਨ ਹੈ, ਆਰ ਦੀ ਕੀ ਡੈਫੀਨੇਸ਼ਨ ਹੈ, ਫਿਰ ਯੂ ਦੀ ਕੀ ਡੈਫੀਨੇਸ਼ਨ ਹੈ, ਗੁਰੂ ਬਣ ਗਿਆ। ਇਹਨਾਂ ਲਫ਼ਜ਼ਾਂ ਦੀ, ਹਰਫਾਂ ਦੀ ਕੀ ਡੈਫੀਨੇਸ਼ਨ ਹੈ। ਇਵੇਂ ਇਸ ਸ਼ਾਇਰ ਨੇ ਗੁਰੂ ਨਾਨਕ ਸਾਹਿਬ ਦਰਸ਼ਨ ਦੇ ਹਰ ਹਰਫ ਦੀ ਡੈਫੀਨੇਸ਼ਨ ਲਿਖੀ ਹੈ। ਆਪਾਂ ਸੋਚ ਰਹੇ ਇਤਨਾ ਬੜਾ ਪਿਆਰ ਕਰਨੇ ਵਾਲਾ ਕੋਈ ਨਹੀਂ ਹੋ ਸਕਦਾ ਕਿ ਬਾਬਾ ਨੂੰ, ਕਿ ਇਤਨੀ ਗਹਿਰਾਈ ਦੇ ਨਾਲ। ਔਰ ਇੱਕ ਸ਼ਾਇਰ ਜਦੋਂ ਕੋਈ ਚੀਜ਼ ਆਪਣੀ ਕਲਮ ਤੇ ਲੈਂਦਾ ਹੈ ਤਾਂ ਖੂਨੇ ਜਿਗਰ ਉਸਦੀ ਕਲਮ ਤੇ ਆਉਂਦਾ ਹੈ, ਫਿਰ ਕੁਝ ਲਿਖਦਾ ਹੈ। ਬਿਲਕੁਲ। ਪਰ ਇਹ ਜਿਹੜੀ ਖੋਜ ਤੁਸੀਂ ਸਾਨੂੰ ਅੱਜ ਦੱਸ ਰਹੇ ਹੋ, ਇਹ ਕਰੀਬ ਤੁਹਾਨੂੰ ਕਿੰਨੇ ਸਾਲ ਲੱਗ ਗਏ ਆ? ਆਪਣੀ ਖੋਜ ਦੇ ਵਿੱਚ ਤੇ 5.5 ਸਾਲ ਲੱਗੇ, 2014 ਤੋਂ 2019 ਦੇ ਆਖਰ ਤੱਕ। ਫਿਰ ਆਪਾਂ ਜਦੋਂ ਪੂਰੀ ਦੁਨੀਆ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੀ ਸੀ, ਤਾਂ ਆਪਾਂ ਵੀ ਆਪਣਾ ਜਿਹੜਾ ਉਹ ਥੀਸਿਸ ਸੀ ਉਹ ਬਾਬਾ ਨੂੰ ਸਮਰਪਿਤ ਕੀਤਾ ਹੈ। ਔਰ ਪੂਰੀ ਉਰਦੂ ਦੁਨੀਆ ਦੀ ਤਰਫੋਂ ਬਾਬਾ ਨਾਨਕ ਨੂੰ ਇੱਕ ਤੋਹਫਾ ਪੇਸ਼ ਕਰ ਰਹੇ ਹਾਂ। ਆਪਾਂ ਕੀ ਪੇਸ਼ ਕਰ ਰਹੇ ਹੋ? ਇਹੀ ਆਪਣਾ ਥੀਸਿਸ 300 ਸਾਲ ਦਾ ਕਲੈਕਸ਼ਨ ਕਰਕੇ ਆਪਣੀ ਜਿਹੜੀ PhD ਦੀ ਡਿਗਰੀ ਹੈ, ਇਹ ਬਾਬਾ ਜੀ ਨੂੰ ਸਮਰਪਿਤ ਕੀਤੀ ਹੈ। ਅੱਛਾ, PhD ਗੁਰੂ ਨਾਨਕ ਸਾਹਿਬ ਜੀ ਨੂੰ ਹਾਂ। ਸਮਰਪਿਤ ਕਰ ਰਹੇ ਹੋ। ਤੁਸੀਂ ਕਿੰਨੇ ਕੁ ਹੁਣ ਤੱਕ ਸਿੱਖ ਵਿਦਵਾਨਾਂ ਕੋਲੋਂ ਵੀ ਸਿੱਖੇ ਹੋ? ਸਿੱਖ ਵਿਦਵਾਨ ਜਿਹੜੇ ਹਨ ਉਹ ਤਾਂ ਇੱਕ ਬਹੁਤ ਬੜੀ ਲਿਸਟ ਹੈ। ਜਿਵੇਂ ਇੱਕ ਡਾਕਟਰ ਰਤਨ ਸਿੰਘ ਜੱਗੀ ਹੋ ਗਏ, ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਆਪਾਂ ਉਹਨੂੰ ਕਹਿ ਸਕਦੇ ਹਾਂ, ਬਹੁਤ ਬੜੇ ਵਿਦਵਾਨ ਹਨ। ਪ੍ਰੋਫੈਸਰ ਸੁਰਜੀਤ ਸਿੰਘ ਬੱਟੀ, ਉਹ ਵੀ ਬਹੁਤ ਬੜੇ ਵਿਦਵਾਨ ਹਨ। ਡਾਕਟਰ ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ, ਸਿੱਖ ਵਿਦਵਾਨ ਹਨ ਉਹ ਵੀ। ਇੱਕ ਡਾਕਟਰ ਮੋਹਨਪਾਲ ਸਿੰਘ ਈਸ਼ਰ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ ਮੌਜੂਦਾ। ਆਪਾਂ ਇਹਨਾਂ ਕੋਲੋਂ ਇਸ ਵਾਸਤੇ ਬਹੁਤ ਜ਼ਿਆਦਾ ਸਿੱਖ ਸਕੇ ਕਿਉਂਕਿ ਇਹ ਲੋਕ ਜਿਹੜੇ ਹਨ, ਇਹ ਵਿਦਵਾਨ ਹਨ, ਉਰਦੂ ਵੀ ਜਾਣਦੇ, ਫਾਰਸੀ ਵੀ ਜਾਣਦੇ, ਤੇ ਪੰਜਾਬੀ ਵੀ, ਹਿੰਦੀ ਵੀ, ਇੰਗਲਿਸ਼ ਵੀ। ਇਸ ਵਾਸਤੇ ਆਪਾਂ ਨੂੰ ਬਹੁਤ ਜ਼ਿਆਦਾ ਆਸਾਨੀ ਰਹੀ ਕਿ ਅਨੇਕਾਂ ਭਾਸ਼ਾਵਾਂ, ਬੋਲੀਆਂ, ਜ਼ੁਬਾਨਾਂ ਦੇ ਕਰਕੇ। ਬਿਲਕੁਲ, ਇਹ ਐਸੇ ਲੋਕ ਹਨ ਕਿ ਜਿਹੜੇ ਹਰ ਜ਼ਬਾਨ ਜਾਣਦੇ ਹਨ। ਔਰ ਇਹਨਾਂ ਦੀ ਨਿਗਰਾਨੀ ਔਰ ਸਰਪ੍ਰਸਤੀ ਮੇਰੇ ਲਈ ਬਾਇਸ ਫਖਰ ਰਹੀ। ਔਰ ਇਹਨਾਂ ਸਭ ਤੋਂ ਜ਼ਿਆਦਾ ਅਗਰ ਕਿਸੇ ਨੇ ਮੈਨੂੰ ਪ੍ਰਭਾਵਿਤ ਕੀਤਾ ਜਾਂ ਮੇਰੀ ਮਦਦ ਕੀਤੀ ਤਾਂ ਮੇਰੇ ਸੁਪਰਵਾਈਜ਼ਰ ਪ੍ਰੋਫੈਸਰ ਨਾਸ਼ਰ ਨਕਵੀ ਸਨ। ਉਸ ਦੀ ਇੱਕ ਵਜ੍ਹਾ ਸੀ ਕਿ ਨਾਸ਼ਰ ਨਕਵੀ ਦੀ ਜਿਹੜੀ ਆਪਣੀ PhD ਸੀ ਉਹ ਸਿੱਖਿਜ਼ਮ ਤੇ ਸੀ, ਬਾਬਾ ਨਾਨਕ ਤੇ ਨਹੀਂ ਸੀ, ਉਹ ਸਿੱਖਿਜ਼ਮ ਤੇ ਸੀ। ਲਿਹਾਜ਼ਾ ਉਹਨਾਂ ਨੇ ਸਿੱਖਿਜ਼ਮ ਦੇ ਬਾਰੇ ਬਹੁਤ ਪੜ੍ਹਿਆ ਸੀ, ਇਤਿਹਾਸ, ਤੇ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ। ਹੁਣ ਤੁਹਾਨੂੰ PhD ਹੋ ਜਾਏਗੀ, ਹੋਗੀ ਕੰਪਲੀਟ, ਤੁਹਾਨੂੰ ਕਿਤੇ ਵਧੀਆ ਜੌਬ ਲੱਗ ਜਾਂਦੀ ਹੈ, ਤੁਸੀਂ ਚਲੇ ਜਾਂਦੇ ਹੋ, ਉਸ ਤੋਂ ਬਾਅਦ ਇਹ ਖਜ਼ਾਨਾ ਇਸ ਤਰ੍ਹਾਂ ਹੀ ਪਿਆ ਰਹਿ ਜਾਏਗਾ? ਤੁਸੀਂ ਆਪਣੀ ਜੌਬ ਕਰੋਗੇ, ਪੈਸੇ ਕਮਾਓਗੇ, ਫਿਰ ਇਹ ਕੀ ਹੈ? ਕਦ ਲਈ ਤੁਸੀਂ PhD ਕੀਤੀ? ਬਹੁਤ ਅੱਛਾ ਤੁਹਾਡਾ ਸਵਾਲ ਹੈ, ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਆਪਾਂ ਨਾ ਪਿਛਲੇ 6 ਮਹੀਨੇ ਤੋਂ ਇੱਕ ਚੀਜ਼ ਸੋਚ ਰਹੇ ਹਾਂ ਕਿ ਮੈਂ ਹੁਣ PhD ਕਰਕੇ ਚਲਾ ਜਾਵਾਂਗਾ, ਤੇ ਜਿਹੜਾ ਆਪਣਾ ਇਹ ਇਤਨਾ ਕੀਮਤੀ ਖਜ਼ਾਨਾ ਖੰਗਾਲ ਕੇ ਸਾਹਮਣੇ ਲਿਆਇਆ ਹੈ, ਆਪਾਂ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਲੇਕਿਨ ਇਸ ਦਾ ਇੱਕ ਹੀ ਹੱਲ ਹੈ ਕਿ ਇਹਨੂੰ ਅਗਰ ਆਪਾਂ ਪੰਜਾਬੀ ਲਿਪੀ ਅੰਤਰ ਕਰ ਦਿੱਤਾ ਜਾਏ, ਉਹ ਕਿਤਾਬ ਇੰਟਰਨੈਟ ਤੇ ਵੀ ਆ ਜਾਏਗੀ, ਪੰਜਾਬੀ ਲਾਇਬ੍ਰੇਰੀਆਂ ਤੇ ਪੁੱਜ ਜਾਏਗੀ, ਕਿਉਂਕਿ ਹੁਣ ਜ਼ਿਆਦਾ ਲੋਕ ਪੰਜਾਬੀ ਪੜ੍ਹ ਰਹੇ, ਤੇ ਉਹ ਬਚ ਸਕਦੀ ਹੈ। ਅਗਰ ਆਪਾਂ ਇਸ ਨੂੰ ਐਵੇਂ ਹੀ ਸੁੱਟ ਦਿਆਂਗੇ ਤੇ ਮੈਨੂੰ ਲੱਗਦਾ ਅਗਲੇ 60 ਜਾਂ 20 ਜਾਂ 50 ਸਾਲ ਬਾਅਦ ਇਹ ਸਭ ਕੁਝ ਰੱਦੀ ਦਾ ਟੋਕਰਾ ਬਣ ਜਾਏਗਾ। ਜੇ ਹੁਣ ਇਸ ਖਜ਼ਾਨੇ ਨੂੰ ਨਾ ਸੰਭਿਆ, ਤੁਹਾਨੂੰ ਕੀ ਲੱਗਦਾ ਵੀ ਇਹ ਖਜ਼ਾਨਾ ਸਿਰਫ ਇਹਦੋਂ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਵੀ ਜਿਹੜੇ ਉਰਦੂ ਦਾ ਖਜ਼ਾਨਾ ਹੈ ਉਹਨੂੰ ਪੰਜਾਬੀ ਦੇ ਵਿੱਚ ਕਰ ਦਈਏ? ਮੈਨੂੰ ਇਹ ਲੱਗਦਾ ਹੈ ਕਿ ਉਰਦੂ ਪੜ੍ਹਨ ਵਾਲੇ ਲੋਕ ਪੰਜਾਬ ਦੇ ਵਿੱਚ ਬਹੁਤ ਘੱਟ ਹਨ, ਤੇ ਬਾਹਰ ਪੰਜਾਬ ਤੋਂ ਬਾਹਰ ਤੇ ਹੈ ਹੀ ਹਨ ਉਰਦੂ ਪੜ੍ਹਨੇ ਵਾਲੇ। ਉਰਦੂ ਵਾਲਾ ਤੇ ਸਾਡੇ ਕੋਲ ਮਹਿਫੂਜ਼ ਹੈ ਹੀ, ਲੇਕਿਨ ਅਗਰ ਆਪਾਂ ਇਹਨੂੰ ਥੋੜ੍ਹਾ ਹੋਰ ਮਹਿਫੂਜ਼ ਕਰਨਾ ਚਾਹੁੰਦੇ ਹਾਂ ਤਾਂ ਇਹਨੂੰ ਪੰਜਾਬੀ ਲਿਪੀ ਅੰਤਰ ਕਰ ਦਿੱਤਾ ਜਾਏ। ਉਹ ਤਾਂ ਫਿਰ ਅਨੁਵਾਦ ਹੋ ਗਿਆ ਨਾ, ਉਹਦੇ ਵਿੱਚ ਆਪਣੀ ਖੋਜ ਕੀ ਹੋਈ? ਨਹੀਂ, ਅਨੁਵਾਦ ਨਹੀਂ ਹੋਇਆ, ਉਹ ਆਪਾਂ ਉਹ ਤੇ ਸਿਰਫ ਲਿਪੀ ਅੰਤਰ ਕਰਨਾ ਹੈ, ਬਾਕੀ ਉਹੀ ਮੰਨ ਲਓ ਟੇਸਟ ਉਰਦੂ ਦੇ ਵਿੱਚ ਹੈ, ਉਰਦੂ ਨੂੰ ਪੰਜਾਬੀ ਦੇ ਵਿੱਚ ਕਰ ਦਿੱਤਾ, ਸਾਡੀ ਵਿਦਵਤਾ ਉਹ 'ਚ ਕੀ ਰਹਿ ਗਈ? ਫਿਰ ਤੁਹਾਡੀ ਵਿਦਵਤਾ ਕੀ ਰਹਿ ਗਈ? ਤੁਸੀਂ PhD ਕੀਤੀ ਹੈ। ਨਹੀਂ,
ਜਿਹੜਾ PhD ਵਾਲਾ ਥੀਸਿਸ ਹੈ ਉਹ ਅਲੱਗ ਚੀਜ਼ ਹੈ। ਇਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਹਨ ਆਪਾਂ ਹੋਰ ਦੀ ਗੱਲ ਕਰ ਰਹੇ ਹਾਂ। ਤੁਸੀਂ PhD ਦੇ ਦੌਰਾਨ ਗੁਰੂ ਨਾਨਕ ਸਾਹਿਬ ਜੀ ਨੂੰ ਕਿਸ ਰੂਪ ਦੇ ਵਿੱਚ ਵੇਖਿਆ ਜੋ ਤੁਸੀਂ ਅੱਜ ਸਿੱਖਾਂ ਦੇ ਵਿੱਚ ਜਾਂ ਪੂਰੇ ਭਾਰਤ ਵਿੱਚ ਪੇਸ਼ ਕਰਨਾ ਚਾਹੁੰਦੇ ਹੋ? ਮੈਂ ਸੋਚ ਰਿਹਾ ਕਿ ਅੱਜ ਹਾਲਾਤ ਥੋੜੇ ਸੇ ਕਠਿਨ ਹਨ, ਮੁਸ਼ਕਿਲ ਲੱਗ ਰਹੇ ਮੈਨੂੰ ਕਿ ਅੱਜ ਆਪਾਂ ਦੇਖ ਰਹੇ ਹਾਂ ਕਿ ਦੇਸ਼ ਪੂਰੇ ਵਿੱਚ ਹਾਲਾਤ ਠੀਕ ਨਹੀਂ ਹਨ। ਇਹ ਦੇਸ਼ ਕਿਆ ਪੂਰੀ ਦੁਨੀਆ 'ਚ ਮੈਨੂੰ ਲੱਗਦਾ ਹਾਲਾਤ ਠੀਕ ਨਹੀਂ ਹਨ। ਲੇਕਿਨ ਅੱਜ ਤੋਂ 550 ਸਾਲ ਅਗਰ ਪਹਿਲੇ ਆਪਾਂ ਪਿੱਛੇ ਉੱਠ ਕੇ ਚਲੇ ਜਾਈਏ ਤੇ 550 ਸਾਲ ਅਗਰ ਆਪਾਂ ਪਿੱਛੇ ਦੇਖਾਂ ਤਾਂ ਉਸ ਵਕਤ ਹਾਲਾਤ ਸ਼ਾਇਦ ਅੱਜ ਤੋਂ ਜ਼ਿਆਦਾ ਖਰਾਬ ਸੀ, ਕਿਉਂਕਿ ਅੱਜ ਸੋਸ਼ਲ ਮੀਡੀਆ ਹੈ, ਪ੍ਰਿੰਟ ਮੀਡੀਆ ਹੈ, TV ਹੈ, ਰੇਡੀਓ ਹੈ, ਸੋਸ਼ਲ ਨੈਟਵਰਕਿੰਗ ਹੈ ਤੇ ਅੱਜ ਹਰ ਚੀਜ਼ ਦਾ ਹੱਲ ਹੈ। IT ਹੈ, ਇਨਫੋਰਮੇਸ਼ਨ ਟੈਕਨੋਲੋਜੀ, ਸਾਇੰਸ ਟੈਕਨੋਲੋਜੀ, ਹਰ ਚੀਜ਼ ਹੈ। ਅੱਜ ਮੈਨੂੰ ਲੱਗਦਾ ਹੈ ਕਿ ਇਨਸਾਨ ਦੀ ਸਾਂਸਾਂ ਵੀ ਗਿਣੀਆਂ ਜਾ ਸਕਦੀਆਂ ਹਨ। ਲੇਕਿਨ ਅੱਜ ਤੋਂ 550 ਸਾਲ ਪਹਿਲੇ ਤਾਂ ਇਹ ਕੁਝ ਨਹੀਂ ਸੀ, ਨਾ ਡੈਮੋਕ੍ਰੇਸੀ ਸੀ, ਨਾ ਇਕੁਐਲਿਟੀ ਸੀ, ਨਾ ਲਿਬਰਟੀ ਸੀ, ਨਾ ਹਿਊਮਨ ਰਾਈਟ ਸੀ, ਇਹ ਕੋਈ ਚੀਜ਼ ਵੀ ਨਹੀਂ ਸੀ। ਲੇਕਿਨ ਉਸ ਇਤਨੇ ਮੁਸ਼ਕਿਲ ਦੌਰ ਵਿੱਚ, ਉਸ ਅੰਧੇਰੇ ਔਰ ਜਹਾਲਤ ਵਿੱਚ ਬਾਬਾ ਨਾਨਕ ਨੇ ਇੱਕ ਐਸਾ ਚਿਰਾਗ ਜਲਾਇਆ ਔਰ ਇਸ ਹਰ ਮੁਸ਼ਕਿਲ ਦਾ ਇੱਕ ਹੱਲ ਢੂੰढਿਆ ਔਰ ਉਸ ਦੀ ਕਾਮਯਾਬ ਕੋਸ਼ਿਸ਼ ਕੀਤੀ ਔਰ ਹੱਲ ਨਿਕਾਲੇ। ਅਗਰ ਆਪਾਂ ਅੱਜ ਵੀ ਬਾਬਾ ਨਾਨਕ ਦੀ ਸਿੱਖਿਆਵਾਂ 'ਤੇ, ਬਾਬਾ ਨਾਨਕ ਦੀ ਤਾਲੀਮਾਤ 'ਤੇ, ਬਾਬਾ ਨਾਨਕ ਦੇ ਪੈਗਾਮ 'ਤੇ ਚੱਲਾਂਗੇ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਮਾਯੂਸੀ, ਬੇਚੈਨੀ, ਮਜਬੂਰੀ, ਲਾਚਾਰੀ, ਬੇਬਸੀ ਹੈ, ਆਪਾਂ ਇਸ ਤੋਂ ਨਜਾਤ ਇਨਸ਼ਾਅੱਲਾ ਹਾਸਲ ਕਰ ਲਾਂਗੇ। ਔਰ ਦੂਜੀ ਇਹ ਗੱਲ ਹੈ ਕਿ ਬਾਬਾ ਨਾਨਕ ਦੇ ਕਲਾਮ ਤੇ ਪੈਗਾਮ ਦੀ ਜਿਹੜੀ ਅੱਜ ਤੋਂ 500 ਸਾਲ ਪਹਿਲੇ ਅਹਿਮੀਅਤ ਸੀ ਉਹ ਅੱਜ ਵੀ ਉਹੀ ਰਹੇਗੀ ਔਰ ਆਉਣੇ ਵਾਲੇ ਵਕਤ ਵਿੱਚ ਵੀ ਉਹੀ ਰਹੇਗੀ। ਤੁਸੀਂ ਜਦੋਂ PhD ਕਰਨ ਲੱਗ ਪਏ ਤੁਹਾਨੂੰ ਕਿਸੇ ਮੁਸਲਮਾਨ ਭਰਾ ਨੇ ਇਹ ਨਹੀਂ ਗੱਲ ਕਹੀ ਕਿ ਇਸਲਾਮ ਦੇ ਵਿੱਚ ਕਿਹੜੀ ਐਸੀ ਕਮੀ ਸੀ ਜਿਹੜੀ ਤੂੰ ਸਿੱਖੀ ਦੇ ਉੱਪਰ, ਮੰਨ ਲਓ ਮੈਂ ਇੱਕ ਲਫ਼ਜ਼ ਵਰਤ ਰਿਹਾ ਵਾਂ ਜਿਹੜਾ ਉਹਨਾਂ ਵੀਰਾਂ ਵੱਲੋਂ ਵੀ ਜਿਹੜੇ ਤੁਸੀਂ ਸਿੱਖੀ ਦੇ ਉੱਪਰ PhD ਕਰਨ ਲੱਗ ਪਏ, ਬਾਬਾ ਨਾਨਕ ਦੇ ਉੱਪਰ ਕਰਨ ਲੱਗ ਪਏ, ਕਿਉਂਕਿ ਜੇ ਜੋਗੀ ਅੱਲਾ ਯਾਰ ਰੱਖਾ 2 ਕਿਤਾਬਾਂ ਲਿਖਦਾ ਤਾਂ ਉਸਨੂੰ ਕਾਫਰ ਕਹਿ ਕੇ ਇੱਕ ਕਿਨਾਰੇ ਕਰ ਦਿੱਤਾ ਜਾਂਦਾ। ਕਿ ਤੁਹਾਡੇ ਕੰਨਾਂ ਦੇ ਵਿੱਚ ਵੀ ਐਸੇ ਸ਼ਬਦ ਗੂੰਜੇ ਨੇ? ਅਸਲ ਵਿੱਚ ਇਹ ਗੱਲ ਹੈ ਕਿ ਮੈਨੂੰ ਲੱਗਦਾ ਹੈ ਕਿ ਆਪਾਂ ਜਦੋਂ ਜੰਮੂ ਕਸ਼ਮੀਰ ਤੋਂ ਬਾਹਰ ਨਿਕਲਦੇ ਹਾਂ ਤੇ ਆਪਣਾ ਦੂਸਰਾ ਘਰ ਜਿਹੜਾ ਹੈ ਉਹ ਸਾਨੂੰ ਪੰਜਾਬ ਹੀ ਨਜ਼ਰ ਆਉਂਦਾ ਹੈ। ਕਿਉਂਕਿ ਆਪਾਂ ਅਗਰ ਪੂਰੀ ਤਾਰੀਖ ਪਿਛਲੇ 500-600 ਸਾਲ ਦੀ ਉੱਠ ਕੇ ਪੜ੍ਹ ਲਈਏ ਤੇ ਪੰਜਾਬ ਵਿੱਚ ਹਮੇਸ਼ਾ ਜਿਹੜੀ ਹੈ ਮਾਈਨੋਰਟੀ ਦੇ ਨਾਲ ਸੇਫਟੀ, ਸਿਕਿਉਰਿਟੀ, ਪਿਆਰ, ਮੁਹੱਬਤ ਹਰ ਚੀਜ਼ ਨਸੀਬ ਹੋਈ ਹੈ। ਤੇ ਆਪਾਂ ਜਦੋਂ ਪੰਜਾਬ ਵਿੱਚ ਆ ਗਏ, ਗੁਰੂ ਨਾਨਕ ਸਾਹਿਬ ਦੇ ਬਾਰੇ ਪੜ੍ਹਿਆ ਜਾਂ ਬਾਬਾ ਨਾਨਕ ਤੇ ਖੋਜ ਸ਼ੁਰੂ ਕੀਤੀ ਤੇ ਵਿਰੋਧ ਤੇ ਕਿਸੇ ਨੇ ਨਹੀਂ ਕੀਤਾ। ਬਹਰਹਾਲ ਜਿਤਨੇ ਵੀ ਆਪਣੇ ਦੋਸਤ, ਪਰਿਵਾਰ, ਜਿਤਨੇ ਲੋਕ ਸੀ ਸਾਰਿਆਂ ਨੇ ਆਪਣਾ ਸਹਿਯੋਗ ਹੀ ਕੀਤਾ ਔਰ ਮੈਨੂੰ ਲੱਗਦਾ ਹੈ ਅਕੈਡਮਿਕ ਲੈਵਲ ਦਾ ਕੰਮ ਹੈ, ਕੰਪੈਰੇਟਿਵ ਕੰਮ ਹੈ, ਇਸ ਦੇ ਵਿੱਚ ਕਿਸੇ ਦਾ ਵਿਰੋਧ ਕੋਈ ਵੀ ਅਗਰ ਕਰੇ ਤਾਂ ਉਹ ਕਮ ਅਕਲ ਔਰ ਕਮ ਇਲਮ ਇਨਸਾਨ ਹੈ। ਤੇ ਮੈਨੂੰ ਵੈਸੇ ਆਪਣੇ ਆਪ ਤੇ ਹੀ ਇੱਕ ਬਹੁਤ ਬੜਾ ਫਖਰ ਮਹਿਸੂਸ ਹੁੰਦਾ ਕਿ ਬਾਬਾ ਨਾਨਕ ਦੇ ਉੱਪਰ ਅਗਰ ਕੋਈ ਪਹਿਲੀ ਬਾਰ PhD ਕਰੇ ਤੇ ਬਹੁਤ ਬੜੇ ਫਖਰ ਔਰ ਮਾਣ ਵਾਲੀ ਗੱਲ ਹੈ। ਜੀ ਬਿਲਕੁਲ ਜੀ, ਅਸੀਂ ਤੁਹਾਡੇ ਕੋਲ ਹੋਰ ਵੀ ਬੜੀਆਂ ਜਾਣਕਾਰੀਆਂ ਲਵਾਂਗੇ, ਪਰ ਦਰਸ਼ਕੋ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਮੈਂ। ਜਿਵੇਂ ਕਿ ਦਰਸ਼ਕੋ ਤੁਹਾਨੂੰ ਪਤਾ ਕਿ ਡਾਕਟਰ ਅਬਾਸ ਮੇਰੇ ਨਾਲ ਨੇ, ਗੱਲਬਾਤ ਕਰਦੇ ਹਾਂ। ਆਓ ਇਹਨਾਂ ਦੇ ਕੋਲ ਹੋਰ ਵੀ ਜਾਣਕਾਰੀਆਂ ਲੈਂਦੇ ਹਾਂ। ਵੀਰ ਜੀ, ਜਿਹੜੀ ਆਪਣੀ ਪਹਿਲੀ ਇੰਟਰਵਿਊ ਹੋਈ ਸੀ ਉਹਦੇ ਵਿੱਚ ਲਾਸਟ 'ਤੇ ਤੁਸੀਂ ਇੱਕ ਵਰਡ ਯੂਜ਼ ਕੀਤਾ ਸੀ, ਆਓ ਆਪਾਂ ਲੌਟ ਕੇ ਆਈਏ। ਉਹ ਲੌਟ ਕੇ ਆਈਏ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਮੈਨੂੰ ਐਸਾ ਲੱਗਿਆ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਇੰਟਰਵਿਊ ਦਾ ਸਮਾਂ ਸਮਾਪਤ ਹੋ ਗਿਆ ਸੀ। ਉਹ ਸਵਾਲ ਦਾ ਮੌਕਾ ਮੈਂ ਤੁਹਾਨੂੰ ਅੱਜ ਦੇਣਾ ਵਾ। ਆਪਾਂ ਇਹ ਗੱਲ ਕਹਿ ਰਹੇ ਸੀ ਕਿ ਸਿੱਖ ਮੁਸਲਿਮ ਇਤਿਹਾਦ ਦਾ ਇੱਕ ਬਹੁਤ ਪੁਰਾਣਾ ਰਿਸ਼ਤਾ ਰਿਹਾ ਹੈ। ਯਾਨੀ ਮਾਈ ਦੌਲਤਾਂ ਤੋਂ ਲੈ ਕੇ ਅੱਜ ਤੱਕ ਸਿੱਖੀਜ਼ਮ ਔਰ ਮੁਸਲਮਾਨਾਂ ਦਾ ਇੱਕ ਬੜਾ ਆਪਸੀ ਭਾਈਚਾਰਾ, ਪ੍ਰੇਮ ਰਿਹਾ ਹੈ। ਆਪਾਂ ਦੇਖ ਰਹੇ ਹਾਂ ਕਿ ਸੈਯਦ ਮੁਹੰਮਦ ਅਬਦੁੱਲਾ ਨੇ ਇੱਕ ਕਿਤਾਬ ਲਿਖੀ ਸੀ ਬਾਬਾ ਨਾਨਕ ਤੇ, ਉਸ ਦਾ ਪ੍ਰੀਫੇਸ ਜਿਹੜਾ ਹੈ ਬਾਈ ਕਾਨ ਸਿੰਘ ਨਾਭਾ ਨੇ ਲਿਖਿਆ। ਅੱਛਾ, ਕਾਨ ਸਿੰਘ ਨਾਭਾ ਜੀ। ਹਾਂ, ਔਰ ਬਾਈ ਕਾਨ ਸਿੰਘ ਨਾਭਾ ਦੇ ਨਾਂ ਤੇ ਕਿੰਨੀਆਂ ਲਾਇਬ੍ਰੇਰੀਆਂ, ਔਰ ਉਹ ਪ੍ਰੀਫੇਸ ਜਿਹੜਾ ਹੈ ਉਰਦੂ ਵਿੱਚ ਲਿਖਿਆ ਗਿਆ ਹੈ। ਸੈਯਦ ਨਜ਼ੀਰ ਤ੍ਰਿਮਜ਼ੀ ਨੇ ਜਿਹੜੀ ਕਿਤਾਬ ਖਲੂਸ ਕੈਸ਼ ਬਾਬਾ ਨਾਨਕ ਤੇ ਲਿਖੀ 1942 ਈਸਵੀ ਵਿੱਚ, ਉਸ ਦਾ ਪ੍ਰੀਫੇਸ ਜਿਹੜਾ ਹੈ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਲਿਖਿਆ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਦਰਸ਼ਨ ਜਿਹੜਾ ਹੈ, ਇਸ ਦਾ ਗੁਰੂ ਨਾਨਕ ਸਾਹਿਬ ਦਰਸ਼ਨ, ਇਸ ਦਾ ਪ੍ਰੀਫੇਸ ਜਿਹੜਾ ਹੈ ਭਾਈ ਵੀਰ ਸਿੰਘ ਨੇ ਲਿਖਿਆ ਹੈ। ਕੀ ਬਾਤ ਹੈ। ਆਪਾਂ ਇਹ ਦੇਖਦੇ ਹਾਂ ਕਿ ਇਹ ਸਿੱਖ ਮੁਸਲਿਮ ਇਤਿਹਾਦ ਦੀ ਇੱਕ ਅਨੋਖੀ ਮਿਸਾਲ ਰਹੀ ਹੈ ਔਰ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਉਹ ਆਪਸੀ ਭਾਈਚਾਰ, ਪ੍ਰੇਮ ਜਿਹੜਾ ਹੈ, ਆਪਾਂ ਫਿਰ ਅਗਰ ਉਸ ਦੇ ਵਿੱਚ ਇੱਕ ਵਾਰ ਫਿਰ ਲੌਟ ਕੇ ਆਈਏ ਤੇ ਬਾਬਾ ਨਾਨਕ ਦੀ ਤਾਲੀਮਾਤ ਪਰ, ਪੈਗਾਮ ਪਰ ਅਮਲ ਕਰਾਂ, ਮੈਨੂੰ ਲੱਗਦਾ ਹੈ ਕਿ ਆਪਾਂ ਸਾਰਿਆਂ ਲਈ ਬਹੁਤ ਅੱਛੀ ਗੱਲ ਹੋਏਗੀ।
ਵੀ ਤੁਹਾਡੇ ਕਹਿਣ ਤੋਂ ਭਾਵ ਵੀ ਉਹ ਸਾਂਝਾਂ ਜਿਹੜੀਆਂ ਨੇ ਅਸੀਂ ਅੱਜ ਫਿਰ ਬਰਕਰਾਰ हाँ ਕਰਾਂਗੇ। बिल्कुल। ਮੈਂ ਜਾਂਦੇ ਜਾਂਦੇ ਤੁਹਾਡੇ ਕੋਲ ਇੱਕ ਸਵਾਲ ਕਰਨਾ ਚਾਹਾਂਗਾ ਵੀ PhD ਦਾ ਜਿਹੜਾ ਥੀਸਸ ਹੈ ਇਹਨੂੰ ਕੀ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਅੱਗੇ? मैं तो अकाल वैब टीवी या अकाल टीवी चैनल थ्रू भी दरखास्त करांगा कि अगर मैं इन्हू एक पब्लिश करना चाहता, एक किताबी शक्ल देना चाहता, क्योंकि थीसिस जड़ा है वो इस वक्त सिर्फ यूनिवर्सिटी तक ही महदूद है, वो बाहर नहीं जा रहा। मेरी ये कोशिश है कि ਜਿਹੜੇ ਜਿਵੇਂ ਪੰਜਾਬ ਵਿੱਚ ਪੰਜਾਬੀ ਹੈ, ਜਿਵੇਂ ਜੰਮੂ ਕਸ਼ਮੀਰ ਵਿੱਚ ਉਰਦੂ ਬਹੁਤ ਬੋਲੀ ਜਾਂਦੀ ਹੈ, ਯੂਪੀ, ਬਿਹਾਰ, ਹੈਦਰਾਬਾਦ, ਆਂਧਰਾ, ਦਿੱਲੀ, ਇਹ ਇਲਾਕੇ ਹਨ ਜਿੱਥੇ ਉਰਦੂ ਬਹੁਤ ਬੋਲੀ ਜਾਂਦੀ ਹੈ, ਲੇਕਿਨ ਉੱਥੇ ਉਰਦੂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਜਾਂ ਸਿੱਖੀਜ਼ਮ ਦੇ ਮੁਤਲਕ ਕਿਤਾਬਾਂ ਬਹੁਤ ਘੱਟ ਲੱਭਦੀਆਂ ਹਨ। ਆਪਾਂ ਸੋਚ ਰਹੇ ਹਾਂ ਕਿ ਅਗਰ ਇਹ ਕਿਤਾਬ, ਇਹ ਮੇਰਾ ਥੀਸਿਸ ਅਗਰ ਕਿਤਾਬੀ ਸੂਰਤ ਵਿੱਚ ਆ ਜਾਏ ਤੇ ਉਹ ਇਲਾਕੇ ਜਾਂ ਉਹ ਲੋਕ ਜਿਹੜੇ ਸਿੱਖੀਜ਼ਮ ਜਾਂ ਬਾਬਾ ਨਾਨਕ ਦੇ ਬਾਰੇ ਵਿੱਚ ਬਹੁਤ ਕਮ ਜਾਂ ਘੱਟ ਜਾਣਦੇ ਹਨ, ਉਹਨਾਂ ਨੂੰ ਕੁਛ ਨਾ ਕੁਛ ਬੇਸਿਕ ਚੀਜ਼ਾਂ ਜਾਣਨ ਦਾ ਮੌਕਾ ਵੀ ਮਿਲੇਗਾ ਔਰ ਬਾਬਾ ਨਾਨਕ ਦੀ ਤਾਲੀਮਾਤ ਤੇ ਪੈਗਾਮ ਤੋਂ ਮੁਸਤਫੀਦ ਵੀ ਹੋ ਸਕਣਗੇ, ਫਾਇਦਾ ਵੀ ਉਠਾਉਣਗੇ। ਇਸ ਤੋਂ ਇਲਾਵਾ ਵੀ ਮੇਰੀ ਇੱਕ ਗੁਜ਼ਾਰਿਸ਼ ਰਹੇਗੀ ਅਕਾਲ ਟੀਵੀ ਥਰੂ ਕਿ ਜਿਹੜਾ ਮੇਰੇ ਕੋਲ ਇਤਨਾ ਕੀਮਤੀ ਖਜ਼ਾਨਾ ਹੈ, ਆਪਾਂ ਅਗਰ ਇਹਨੂੰ ਸੇਵ ਕਰਾਂਗੇ ਤੇ ਇਸ ਦੇ ਵਿੱਚ ਅਗਰ ਉਹ ਉਹਨਾਂ ਦਾ ਸਹਿਯੋਗ ਮਿਲੇਗਾ ਤਾਂ ਬਹੁਤ ਮੈਨੂੰ ਲੱਗਦਾ ਹੈ ਕਿ। ਪ੍ਰੋਬਲਮ ਕਿੱਥੇ ਆ ਰਹੀ ਤੁਹਾਨੂੰ? ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਆ ਰਹੀ ਕਿ ਕਿਤਾਬ ਪਬਲਿਸ਼ ਕਰਨ ਵਿੱਚ ਥੋੜਾ ਸਾ ਇੱਕ ਤੇ ਪਬਲਿਸ਼ਿੰਗ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਕੁਝ ਪੈਸੇ ਲੱਗਣੇ ਹੋਣੇ ਔਰ ਨਹੀਂ, ਆਪਾਂ ਸਾਰੀਆਂ ਗੱਲਾਂ ਲੈ ਲਈਏ। ਤੁਹਾਡੀ ਤਿਆਰੀ ਪੂਰੀ ਹੈ ਕਿਤਾਬ ਦੀ? ਹਾਂ ਬਿਲਕੁਲ ਪੂਰੀ ਤਿਆਰੀ ਹੈ। ਆਪਾਂ ਬਸ ਸਿਰਫ ਜਾ ਕੇ ਆਰਥਿਕ ਜਿਹੜੀ ਤੌਰ ਤੇ ਉੱਪਰ, ਫਾਈਨੈਂਸ਼ੀਅਲ ਤੌਰ ਦੇ ਉੱਪਰ ਇੱਕ ਰੁਕਾਵਟ ਬਣਿਆ ਹੈ ਕੰਮ, ਨਹੀਂ ਤਾਂ ਤੁਹਾਡੇ ਵੱਲੋਂ ਪੂਰੀ ਤਿਆਰੀ ਹੈ। ਹਾਂ ਪਬਲਿਸ਼ ਆਪਾਂ ਜਾ ਕੇ ਪਬਲਿਸ਼ਰ ਨੂੰ ਮਟੀਰੀਅਲ ਦੇਣਾ, ਉਸਨੇ ਕਿਤਾਬ ਦੇ ਦੇਣੀ ਹੈ। ਇਸ ਤੋਂ ਬਾਅਦ ਜਿਹੜਾ ਇਹ ਪ੍ਰੋਜੈਕਟ ਹੈ ਮੇਰੇ ਕੋਲ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ, ਜ਼ਫਰਨਾਮਾ, ਹੱਕੇ ਸਿਰਾ, ਬਾਬਾ ਨਾਨਕ ਦੀ ਬਾਣੀ ਦੀ ਇਤਨੀ ਟ੍ਰਾਂਸਲੇਸ਼ਨ ਹੋਈ ਹੈ। 30 ਲੋਕ ਕਮੋਬੇਸ਼ ਐਸੇ ਹਨ ਜਿਨ੍ਹਾਂ ਬਾਬਾ ਨਾਨਕ ਦੀ ਬਾਣੀ ਦੀ ਉਰਦੂ ਟ੍ਰਾਂਸਲੇਸ਼ਨ ਕੀਤੀ ਹੈ। ਤੇ ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦੇ ਉੱਪਰ 6-7 ਕਿਤਾਬਾਂ ਐਸੀਆਂ ਹਨ ਜਿਹੜੀਆਂ 200 400 ਪੇਜ ਦੀਆਂ ਸ਼ਾਇਰੀ ਵਿੱਚ ਬਾਬਾ ਨਾਨਕ ਤੇ ਲਿਖੀਆਂ ਗਈਆਂ ਹਨ। ਆਪਾਂ ਇਸ ਸਾਰੇ ਚੀਜ਼ ਨੂੰ ਬਚਾਉਣਾ ਚਾਹੁੰਦੇ ਹਾਂ। ਇਤਨਾ ਕੀਮਤੀ ਖਜ਼ਾਨਾ ਸ਼ਾਇਦ ਅਗਲੇ 10-20 ਸਾਲ ਤੱਕ ਮੈਨੂੰ ਲੱਗਦਾ ਹੈ ਅਗਰ ਕੋਈ ਵੀ ਹਰਕਤ ਨਹੀਂ ਕਰੇਗਾ, ਕਿਸੇ ਨੂੰ ਅੱਗੇ ਆਉਣਾ ਪਏਗਾ, ਅਗਰ ਨਹੀਂ ਆਏਗਾ ਤਾਂ ਮੈਨੂੰ ਲੱਗਦਾ ਹੈ ਕਿ ਸਭ ਕੁਝ ਖਤਮ ਹੋ ਜਾਏਗਾ। ਆਪਾਂ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਖਤਮ ਕਿਵੇਂ ਹੋ ਜਾਏਗਾ? ਮੈਨੂੰ ਲੱਗਦਾ ਹੈ ਉਰਦੂ ਜ਼ੁਬਾਨ ਜਿਹੜੀ ਹੈ ਪੰਜਾਬੀ ਬੋਲਣੋਂ ਹਟ ਗਏ, ਹਾਂ ਇਹ ਗੁਰੂ ਨਾਨਕ ਸਾਹਿਬ ਜੀ ਬਾਰੇ ਉਹ ਚੀਜ਼ ਪੜ੍ਹਨਗੇ ਨਹੀਂ ਤੇ ਉਹ ਚੀਜ਼ ਖਤਮ ਹੁੰਦੀ ਹੁੰਦੀ ਹੋ ਜਾਏਗੀ। ਹੋ ਜਾਏਗੀ ਆਸਤਾ ਆਸਤਾ। ਫਿਰ ਜ਼ਾਹਿਰ ਸੀ ਬਾਤ ਹੈ ਆਪਾਂ ਜਦੋਂ ਇਹਨੂੰ ਪੰਜਾਬੀ ਲਿਪੀ ਅੰਤਰ ਹੀ ਲੈ ਆਵਾਂਗੇ, ਅਗਰ ਹੋ ਸਕੇਗਾ ਕੋਈ ਐਸਾ ਬੜਾ ਵਿਦਵਾਨ ਆ ਜਾਏਗਾ ਜਿਹੜਾ ਇਸਦੀ ਹਿੰਦੀ ਲਿਪੀ ਅੰਤਰ ਕਰ ਦੇ, ਸਭ ਕੁਝ ਬਚਾਇਆ ਜਾ ਸਕਦਾ ਹੈ, ਲੇਕਿਨ ਥੋੜੀ ਕੋਸ਼ਿਸ਼ ਦੀ ਜ਼ਰੂਰਤ ਹੈ। ਤੁਸੀਂ ਉਰਦੂ ਵਿੱਚ ਕਰੋਗੇ ਜਾਂ ਪੰਜਾਬੀ 'ਚ ਕਰਨਾ ਚਾਹੁੰਦੇ ਹੋ? ਉਰਦੂ ਵਿੱਚ ਤੇ ਮੇਰੇ ਕੋਲ ਮਟੀਰੀਅਲ ਹੈ, ਟੁੱਟੀਆਂ ਫੁੱਟੀਆਂ ਕਿਤਾਬਾਂ ਹਨ। ਆਪਾਂ ਇਹਨੂੰ ਉਰਦੂ ਵੀ ਦੁਬਾਰਾ ਪਬਲਿਸ਼ ਕਰਾਂਗੇ ਔਰ ਇਸ ਦਾ ਪੰਜਾਬੀ ਲਿਪੀ ਅੰਤਰ ਵੀ ਕਰਾਂਗੇ। ਜਿਵੇਂ ਇਹ ਕਿਤਾਬ ਹੈ ਮੇਰੇ ਕੋਲ, ਉਹਦਾ ਸਿੱਖਾਂ ਨੂੰ ਕੀ ਫਾਇਦਾ ਹੋਏਗਾ ਜੇ ਕੋਈ ਕਿਤਾਬ ਛਾਪੇਗਾ ਤੇ? ਤੁਹਾਡੀ PhD ਕੀਤੀ ਹੋਈ ਹੈ, ਹਾਂ ਉਸ ਕਿਤਾਬ ਦੇ ਵਿੱਚ ਕੀ ਜਿਵੇਂ ਪੇਸ਼ ਕਿਤਾਬ ਹੈ ਕਰਨਾ ਤੁਹਾਡੇ ਕੋਲ, ਦੇਖੋ ਕਿੰਨੇ ਟੁੱਟੇ ਫੁੱਟੇ ਹੈ। ਆਪਾਂ ਪੈਨ ਦੇ ਨਾਲ ਲਿਖ ਲਿਖ ਕੇ ਠੀਕ ਕਰ ਰਹੇ ਹਾਂ ਇਹਨੂੰ। ਸਿੱਖਾਂ ਨੂੰ, ਇਹ ਸਿੱਖ ਕੌਮ ਦਾ ਇੱਕ ਬਹੁਤ ਬੜਾ ਵਿਰਸਾ ਹੈ, ਮੈਨੂੰ ਲੱਗਦਾ ਹੈ ਕਿ ਇਹਨੂੰ ਸੰਭਾਲਣਾ ਹੀ ਪਏਗਾ। ਜਿਹੜੇ ਇਤਨੇ ਬੜੇ ਵਿਦਵਾਨ ਲੋਕ ਸੀ ਇਹ ਸਿੱਖ ਸਕਾਲਰ ਹੀ ਸੀ, ਮੁਸਲਮਾਨ ਤੇ ਹੈ ਸੀ, ਨਾਲ ਸਿੱਖ ਸਕਾਲਰ ਵੀ ਸਨ। ਆਪਾਂ ਨੂੰ ਕਿਸੇ ਨਾ ਕਿਸੇ, ਦੇਖੋ ਕਿਤਾਬ ਲਿਖਣ ਦੇ ਲਈ ਜੇ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਕਿਤਾਬ, ਪਹਿਲੀ ਗੱਲ ਤੇ ਕਿਤਾਬ ਲਿਖਣੀ ਇੱਕ ਵਿਦਵਾਨ ਦਾ ਕੰਮ ਹੈ। ਫਿਰ ਉਸ ਕਿਤਾਬ ਨੂੰ ਕੱਲਾ ਲਿਖਣਾ ਨਹੀਂ, ਉਹਨੂੰ ਬਕਾਇਦਾ ਕਵਿਤਾ ਰੂਪ ਦੇ ਵਿੱਚ ਪੇਸ਼ ਕਰਨਾ, ਕਾਵਿ ਰੂਪ ਚ ਪੇਸ਼ ਕਰਨਾ, ਵਾਹ ਵਾਹ ਵਾਹ, ਇਹ ਬਹੁਤ ਔਖਾ ਕੰਮ ਹੈ, ਬਹੁਤ ਔਖਾ ਹੈ। ਔਰ ਅਗਰ ਇਹ ਕੰਮ ਜ਼ਾਇਆ ਹੋ ਜਾਏ ਤਾਂ ਮੈਨੂੰ ਲੱਗਦਾ ਹੈ ਆਪਣੀ ਬਹੁਤ ਬੜੀ ਬਦਨਸੀਬੀ ਹੈ। ਬਿਲਕੁਲ ਜੀ, ਤੁਸੀਂ ਆਪਣਾ ਦਰਦ ਸਾਡੇ ਚੈਨਲ ਦੇ ਰਾਹੀਂ ਪੇਸ਼ ਕੀਤਾ। ਦਰਸ਼ਕੋ, ਤੇ ਮੈਂ ਥੋੜੀ ਜਿਹੀ ਗੱਲ ਤੁਹਾਨੂੰ ਦੱਸ ਦਿਆਂ, ਬੜਿਆਂ ਦੇ ਨਾਲ ਇੰਟਰਵਿਊ ਹੋਈ ਹੈ, ਪਰ ਮੇਰੇ ਖਿਆਲ ਦੇ ਵਿੱਚ ਸ਼ਾਇਦ ਵੀਰ ਜੀ ਨੇ ਜਿਹੜੇ ਅੰਦਰ ਦਾ ਦਰਦ ਹੈ ਉਹ ਸਾਡੇ ਅਕਾਲ ਚੈਨਲ ਤੇ ਹੀ ਪੇਸ਼ ਕੀਤਾ ਆ। ਉਹਦਾ ਬੜਾ ਵੱਡਾ ਕਾਰਨ ਹੈ, ਦਰਦ ਉੱਥੇ ਹੀ ਰੱਖਿਆ ਜਾਂਦਾ ਜਿੱਥੇ ਕੋਈ ਦਰਦ ਨੂੰ ਸਮਝਣ ਵਾਲਾ ਹੋਵੇ। ਤੇ ਅਕਾਲ ਚੈਨਲ ਲੰਮੇ ਸਮੇਂ ਤੋਂ ਤੁਸੀਂ ਦੇਖ ਰਹੇ ਹੋ ਕਿ ਹਜ਼ਾਰਾਂ ਲੋਕਾਂ ਦੀ ਮਦਦ ਕਰਦਾ ਹੈ। ਕਿਤੇ ਹੜ੍ਹ ਆ ਜਾਵੇ ਤਾਂ ਵੀ ਸਾਡੀ ਅਕਾਲ ਚੈਨਲ ਦੀ ਟੀਮ ਉੱਥੇ ਪਹੁੰਚਦੀ ਹੈ। ਹੜ੍ਹ ਪੀੜਤ ਏਰੀਏ ਦੇ ਵਿੱਚ ਜਾਂਦੇ ਆ, ਲੋਕਾਂ ਦਾ ਦਰਦ ਜਿਹੜਾ ਹੈ ਉਹ ਕੁਝ ਮਾਮਲੇ, ਹਰ ਮਾਮਲੇ ਸਿੱਖਾਂ ਨੇ ਨਹੀਂ ਸੁਲਝਾਉਣੇ ਹੁੰਦੇ, ਕੁਝ ਪ੍ਰਸ਼ਾਸਨ ਨੇ ਵੀ ਕਰਨੇ ਹੁੰਦੇ ਨੇ। ਉੱਤੇ ਪ੍ਰਸ਼ਾਸਨ ਦੇ ਉੱਪਰ ਵੀ ਚੈਨਲ ਦੇ ਰਾਹੀਂ ਅਸੀਂ ਦਬਾਅ ਪਾਉਂਦੇ ਹਾਂ, ਕੰਮ ਕਰਵਾਉਣ ਦਾ ਯਤਨ ਕਰਦੇ ਹਾਂ। ਪਰ ਜੀ ਅੱਜ ਅਬਾਸ ਜੀ ਨੇ, ਡਾਕਟਰ ਅਬਾਸ, ਜਿਨ੍ਹਾਂ ਨੇ ਜੰਮੂ ਕਸ਼ਮੀਰ ਦੇ ਜੰਪਲ ਨੇ, ਉੱਥੋਂ ਦੇ ਰਹਿਣ ਵਾਲੇ ਨੇ, ਪੰਜਾਬ ਦੇ ਵਿੱਚ ਆ ਕੇ ਕਹਿੰਦੇ ਪੰਜਾਬ ਮੈਨੂੰ ਬੜਾ ਮਹਿਫੂਜ਼ ਲੱਗਦਾ ਹੈ, ਇੱਥੇ ਮੈਂ ਬੜਾ ਸਿਕਿਉਰ ਮਹਿਸੂਸ ਕਰਦਾ ਵਾਂ। ਦਿਲ ਜਾਨ ਤੋਂ ਮੇਰੇ ਉਸਤਾਦ ਮੈਨੂੰ ਸਿਖਾਉਂਦੇ ਨੇ, ਉਹ ਇਹ ਨਹੀਂ ਸੋਚਦੇ ਕਿ ਅਸੀਂ ਸਿੱਖ ਹਾਂ ਤੇ ਇਹ ਮੁਸਲਮਾਨ ਹੈ। ਤੇ ਫਿਰ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਆ ਕੇ ਇਹ ਆਪਣੀ PhD ਕੰਪਲੀਟ ਕਰਦੇ ਨੇ
ਔਰ PhD ਵੀ ਕੰਪਲੀਟ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਉਹਨਾਂ ਦੇ ਇਤਿਹਾਸ ਦੇ ਉੱਪਰ। ਤੇ ਫਿਰ ਜੇ ਇਹਨਾਂ ਨੂੰ ਕੋਈ ਇੰਨੀ ਖੋਜ ਕਰਨ ਤੋਂ ਬਾਅਦ 5-7 ਸਾਲ ਲਾਉਣ ਤੋਂ ਬਾਅਦ ਕਾਰਜ ਕੰਪਲੀਟ ਹੋ ਜਾਵੇ ਪਰ ਫਾਈਨੈਂਸ਼ੀਅਲ ਤੌਰ ਦੇ ਉੱਪਰ ਅੜ ਜਾਵੇ, ਤੇ ਮੇਰੇ ਖਿਆਲ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਸਾਡੀ ਬਦਨਸੀਬੀ ਹੋਵੇਗੀ। ਕਿਤਾਬ ਛਾਪਣ ਤੋਂ ਪਹਿਲਾਂ ਵਿਦਵਾਨਾਂ ਦਾ ਇੱਕ ਪੈਨਲ ਵੀ ਬਣ ਜਾਵੇ ਜਿਹੜੇ ਉਸ ਚੀਜ਼ ਨੂੰ ਚੰਗੀ ਤਰ੍ਹਾਂ ਰੀਡ ਕਰਨ, ਦੇਖਣ, ਔਰ ਉਸ ਤੋਂ ਬਾਅਦ ਉਸ ਕਿਤਾਬ ਨੂੰ ਛਪਾਇਆ ਜਾਣਾ ਮੇਰੇ ਖਿਆਲ ਦੇ ਵਿੱਚ ਸਾਡਾ ਆਪਣਾ ਇਹ ਨਿੱਜੀ ਵਿਚਾਰ ਜੋ ਹੈ ਇਖਲਾਕੀ ਹੱਕ ਵੀ ਬਣਦਾ ਹੈ। ਆਓ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਅਕਾਲ ਚੈਨਲ ਦੀ ਚੋਣ ਕੀਤੀ ਹੈ ਤੇ ਸਾਡੇ ਕੋਲ ਆਏ ਨੇ। ਬਕਾਇਦਾ ਇਹਨਾਂ ਨੇ ਬੜੀਆਂ ਸੁੰਦਰ ਵਿਚਾਰਾਂ ਦਿੱਤੀਆਂ ਨੇ, ਬੜਾ ਖਜ਼ਾਨਾ ਇਹਨਾਂ ਦੇ ਕੋਲ। ਜੇ ਮੈਂ ਪੇਸ਼ ਕਰਨ ਲੱਗਾ ਤੇ ਮੇਰੇ ਖਿਆਲ ਦੇ ਵਿੱਚ ਅਸੀਂ 10 ਐਪੀਸੋਡ ਵੀ ਕਰ ਸਕਦੇ ਹਾਂ, ਪਰ ਚੈਨਲ ਦੀ ਵੀ ਕੋਈ ਸੀਮਾ ਹੁੰਦੀ ਹੈ। ਸਾਡੇ ਦਰਸ਼ਕ ਵੀ ਜਿਹੜੇ ਨੇ ਉਹ ਨਵੇਂ ਤੋਂ ਨਵੇਂ ਗੈਸਟ ਦੀਆਂ ਵਿਚਾਰਾਂ ਦਾ ਆਨੰਦ ਲੈਂਦੇ ਰਹਿੰਦੇ ਨੇ, ਔਰ ਮੈਂ ਨਹੀਂ ਚਾਹੁੰਦਾ ਵੀ ਕਿਸੇ ਵੀ ਤਰੀਕੇ ਸਾਡਾ ਇਹ ਆਨੰਦ ਜੋ ਬਣਿਆ ਹੈ ਕਿਸੇ ਵੀ ਤਰੀਕੇ ਮੱਠਾ ਪੈ ਜਾਵੇ। ਸੋ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।